ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਚੌਥਾ। ਜਿਸ ਅੰਦਰ ਤਾਤ ਪਰਾਈ ਹੋਵੈ, ਤਿਸ ਦਾ ਕਦੇ ਨਾ ਹੋਵੀ ਭਲਾ। ਉਸ ਦੇ ਆਖਿਐ ਕੋਈ ਨਾ ਲੱਗੈ, ਨਿਤ ਉਜਾੜੀ ਪੁਕਾਰੇ ਖਲਾ। ਜਿਸ ਅੰਦਰ ਚੁਗਲੀ ਚੁਗਲੋ ਵੱਜੈ, ਕੀਤਾ ਕਰਤਿਆ ਉਸ ਦਾ ਸਭ ਗਿਆ। ਨਿਤ ਚੁਗਲੀ ਕਰੇ ਅਣਹੋਂਦੀ ਪਰਾਈ, ਮੋਹ ਕੱਢ ਨਾ ਸਕੈ ਉਸ ਦਾ ਕਾਲਾ ਭਇਆ। ਕਰਮ ਧਰਤੀ ਸਰੀਰ ਕਲਯੁਗ ਵਿੱਚ, ਜਿਹਾ ਕੋ ਬੀਜੇ ਤਿਹਾ ਕੋ ਖਾਏ। ਗੱਲਾਂ ਉੱਪਰ ਤਪਾਵਸ ਨਾ ਹੋਈ, ਵਿਸ ਖਾਧੀ ਤਤਕਾਲ ਮਰ ਜਾਏ। ਭਾਈ ਵੇਖੋ ਨਿਆਉ ਸਚ ਕਰਤੇ ਕਾ, ਜਿਹਾ ਕੋਈ ਕਰੇ ਤਿਹਾ ਕੋਈ ਪਾਏ। ਜਨ ਨਾਨਕ ਕਉ ਸਭ ਸੋਝੀ ਪਾਈ, ਹਰ ਦਰ ਕੀਆਂ ਬਾਤਾਂ ਆਖ ਸੁਣਾਏ। ਸ਼ਲੋਕ ਮਹਲਾ ਚੌਥਾ। ਜਿਸ ਅੰਦਰ ਤਾਤ ਪਰਾਈ ਹੋਵੈ, ਤਿਸ ਦਾ ਕਦੇ ਨਾ ਹੋਵੀ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਪ ਪਾਵਨ 10 ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਜਿਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਚੌਥੇ ਪਾਤਸ਼ਾਹ ਬੈਠਾ ਸੋਢੀ ਪਾਤਸ਼ਾਹੋ, ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤ ਸਰਵੇ ਜੋਤ ਜਗਾਵੈ। ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੌੜੀ ਰਾਗ ਦੀ ਪਹਿਲੀ ਵਾਰ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਸ ਵਾਰ ਦਾ ਵਿਸ਼ਾ ਵਸਤੂ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਜਿਹੜੇ ਗੁਰੂ ਘਰ ਦੇ ਵਿਰੋਧੀ ਸਨ, ਜਿਨ੍ਹਾਂ ਦੇ ਅੰਦਰ ਮਰਵਾਹੇ ਖੱਤਰੀ ਵੀ ਸਨ, ਇੱਕ ਇਹਨਾਂ ਦਾ ਤਪਾ ਗੁਰੂ ਵੀ ਸੀ, ਕੁਝ ਖਡੂਰ ਦੇ ਲੋਕ ਵੀ ਸਨ, ਜਿਹੜੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਦਿਲੋਂ ਈਰਖਾ ਕਰਦੇ ਸਨ। ਪਰ ਜੋ ਉਹਨਾਂ ਦਾ ਹਸ਼ਰ ਹੋਇਆ, ਉਸ ਨੂੰ ਇੱਕ ਰੱਬੀ ਨਿਆਂ ਸਮਝ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਦਾ ਜ਼ਿਕਰ ਕੀਤਾ ਹੈ। ਇਹ 15ਵਾਂ ਸ਼ਲੋਕ ਜਿਸ ਦਾ ਤੁਸੀਂ ਪਾਠ ਸੁਣਿਆ ਹੈ, ਵਿਚਾਰ ਸੁਣ ਰਹੇ ਹੋ, ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਗੋਂਦੇ ਦੇ ਪੁੱਤਰ ਮਰਵਾਹੇ ਖੱਤਰੀ ਦਾ ਜੋ ਹਸ਼ਰ ਹੋਇਆ, ਉਹਦੇ ਬਾਰੇ ਹੀ ਚਾਨਣਾ ਪਾ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸ਼ਲੋਕ ਮਹੱਲਾ ਚੌਥਾ। ਜਿਸ ਅੰਦਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਵੀ ਭਲਾ। ਲੋ ਹੁਣ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਅੱਖੀਂ ਡਿੱਠੇ ਹਾਲ ਬਿਆਨ ਕਰ ਰਹੇ ਹਨ। ਗੁਰਮੁਖੋ, ਜਿਸ ਮਨੁੱਖ ਦੇ ਅੰਦਰ ਤਾਤ ਪਰਾਈ ਦਾ ਅਰਥ ਹੈ ਪਰਾਈ ਵਡਿਆਈ ਨੂੰ ਚੜ੍ਹਾਈ ਨੂੰ ਦੇਖ ਕੇ ਐਵੇਂ ਸੜੀ ਜਾਣਾ, ਇਹਨੂੰ ਤਾਤ ਪਰਾਈ ਕਹਿੰਦੇ ਨੇ। ਕਿਸੇ ਦੇ ਜਸ ਨੂੰ ਵੇਖ ਕੇ ਬਰਦਾਸ਼ਤ ਨਾ ਕਰਨਾ, ਕਿਸੇ ਦੇ ਗੁਣਾਂ ਨੂੰ ਦੇਖ ਕੇ ਸਹਿਨ ਨਾ ਕਰਨਾ, ਇਹਨੂੰ ਤਾਤ ਪਰਾਈ ਕਹਿੰਦੇ ਨੇ। ਹਜ਼ੂਰ ਫਰਮਾਉਂਦੇ ਨੇ, ਭਾਈ ਜਿਸ ਮਨੁੱਖ ਦੇ ਅੰਦਰ ਪਰਾਈ ਤਾਤ ਜੈਲਸ ਹੁੰਦੀ ਹੈ, ਭਾਵ ਕਿਸੇ ਦੇ ਗੁਣਾਂ ਨੂੰ ਕਿਸੇ ਦੀ ਵਡਿਆਈ ਦੇਖ ਕੇ ਜੋ ਜਰਦਾ ਨਹੀਂ, ਤਿਸ ਦਾ ਕਦੇ ਨਾ ਹੋਵੀ ਭਲਾ। ਹਜ਼ੂਰ ਕਹਿੰਦੇ ਨੇ ਉਸ ਮਨੁੱਖ ਦਾ ਕਦੀ ਵੀ ਭਲਾ ਨਹੀਂ ਹੋ ਸਕਦਾ ਜਿਹੜਾ ਬਿਨਾਂ ਮਤਲਬ ਤੋਂ ਕਿਸੇ ਨਾਲ ਈਰਖਾ ਦਵੈਸ਼ ਕਰੀ ਜਾਂਦਾ ਹੈ ਅਤੇ ਕਿਸੇ ਦੀ ਵਡਿਆਈ ਨੂੰ ਦੇਖ ਕੇ ਬਰਦਾਸ਼ਤ ਨਹੀਂ ਕਰਦਾ, ਅਣਹੋਈ ਨਿੰਦਿਆ ਚੁਗਲੀ ਅਤੇ ਹੋਰ ਬਕਵਾਸ ਕਰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨਿਯਾਮਕ ਬਚਨ ਕਹਿੰਦੇ ਹਨ ਵੀ ਉਸ ਪੁਰਖ ਦਾ ਕਦੀ ਵੀ ਭਲਾ ਨਹੀਂ ਹੋ ਸਕਦਾ। ਉਸ ਦਾ ਆਖਿਆ ਕੋਈ ਨਾ ਲੱਗੈ, ਨਿਤ ਉਜਾੜੀ ਪੁਕਾਰੇ ਖਲਾ। ਲਓ ਹੁਣ ਪਹਿਲਾਂ ਤੇ ਕੁਝ ਲੋਕ ਉਸ ਦੀ ਗੱਲ ਸੁਣਦੇ ਵੀ ਸਨ, ਪਰ ਹੁਣ ਜਦੋਂ ਗੋਂਦੇ ਦਾ ਪੁੱਤਰ ਮਰਵਾਹਾ ਕੋਈ ਗੱਲ ਕਰਦਾ ਹੈ ਤਾਂ ਉਸ ਵੇਲੇ ਉਹਦੀ ਕੋਈ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੁੰਦਾ, ਕੋਈ ਉਹਦੇ ਕੋਲੇ ਖੜਦਾ ਵੀ ਨਹੀਂ। ਜੋ ਉਹਦੀ ਹਾਲਤ ਹੋਈ ਸਤਿਗੁਰੂ ਉਹਦੇ ਬਾਰੇ ਸੰਕੇਤ ਦੇ ਰਹੇ ਹਨ। ਉਸ ਦਾ ਆਖਿਆ ਕੋਈ ਨਾ ਲੱਗੈ, ਹੁਣ ਉਸ ਮਰਵਾਹੇ ਖੱਤਰੀ ਦੇ ਆਖੇ ਕੋਈ ਵੀ ਨਹੀਂ ਲੱਗਦਾ। ਭਾਵ ਜਿੰਨੇ ਨਗਰ ਨਿਵਾਸੀ ਲੋਕ ਮਾਈ ਭਾਈ ਹਨ ਉਹ ਵੀ ਉਸ ਦੇ ਨਾਲ ਗੱਲ ਕਰਨ ਤੋਂ ਹਟ ਗਏ। ਨਿਤ ਉਹ ਜਾੜੀ ਪੁਕਾਰੇ ਖਲਾ, ਉਹ ਇੱਕ ਥਾਂ ਤੇ ਖੜਾ ਇਸੇ ਤਰ੍ਹਾਂ ਹੀ ਪੁਕਾਰਦਾ ਹੈ ਜਿਵੇਂ ਕੋਈ ਆਦਮੀ ਉਜਾੜ ਵਿੱਚ ਖੜਾ ਹੋਵੇ। ਭਾਵ ਜਿੱਥੇ ਕੋਈ ਆਦਮੀ ਨਾ ਹੋਵੇ, ਨਿਰਜਨ ਬਣ ਹੋਵੇ, ਉਥੇ ਇਕੱਲਾ ਹੀ ਆਦਮੀ ਖੜਾ ਉੱਚੀ ਉੱਚੀ ਆਵਾਜ਼ਾਂ ਮਾਰੇ ਤੇ ਉਸ ਦੀ ਕੋਈ ਗੱਲ ਨਹੀਂ ਸੁਣਦਾ। ਇਸੇ ਤਰ੍ਹਾਂ ਇਹ ਜਿਹੜਾ ਮਰਵਾਹਾ ਖੱਤਰੀ ਹੈ, ਗੋਂਦੇ ਦਾ ਪੁੱਤਰ, ਇਹ ਇਸੇ ਤਰ੍ਹਾਂ ਹੀ ਉੱਚੀ ਉੱਚੀ ਰੌਲਾ ਪਾਉਂਦਾ ਹੈ, ਪੁਕਾਰਦਾ ਹੈ, ਪਰ ਇਹਦੇ ਕੋਲੇ ਕੋਈ ਸੁਣਨ ਵਾਸਤੇ ਨਹੀਂ ਆਉਂਦਾ। ਇਹਦੀ ਹਾਲਤ ਇਸ ਤਰ੍ਹਾਂ ਬਣ ਗਈ ਹੈ ਜਿਵੇਂ ਕੋਈ ਉਜਾੜ ਵਿੱਚ ਖੜਾ ਹੋਇਆ ਆਦਮੀ ਉੱਚੀ ਉੱਚੀ ਰੌਲਾ ਪਾਵੇ, ਉਹਦਾ ਰੌਲਾ ਕੋਈ ਵੀ ਸੁਣਦਾ ਨਹੀਂ ਹੈ। ਇਸੇ ਤਰ੍ਹਾਂ ਸਾਰੇ ਲੋਕ ਇਸ ਦਾ ਖਹਿੜਾ ਛੱਡ ਗਏ ਹਨ। ਜਿਸ ਅੰਦਰ ਚੁਗਲੀ ਚੁਗਲੋ ਵੱਜੈ, ਕੀਤਾ ਕਰਤਿਆ ਉਸ ਦਾ ਸਭ ਗਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਮਨੁੱਖ ਦੇ ਅੰਦਰ ਚੁਗਲੀ ਦਾ ਸੁਭਾਅ ਹੁੰਦਾ ਹੈ, ਇੱਧਰੋਂ ਸੁਣੀ ਉੱਧਰ ਜਾ ਕੇ ਦੱਸ ਦਿੱਤੀ। ਕਈਆਂ ਦਾ ਸੁਭਾਅ ਹੁੰਦਾ ਹੈ ਲਾਈ ਬੁਝਾਈ ਕਰਨੀ, ਰੌਲਾ ਪਵਾ ਦੇਣਾ, ਝਗੜਾ ਕਰਵਾ ਦੇਣਾ। ਕਈ ਬੰਦਿਆਂ ਦਾ ਸੁਭਾਅ ਐਸਾ ਹੀ ਰੱਬ ਨੇ ਬਣਾਇਆ ਹੁੰਦਾ ਹੈ। ਹਜ਼ੂਰ ਕਹਿੰਦੇ ਜਿਸ ਮਨੁੱਖ ਦੇ ਅੰਦਰ ਚੁਗਲੀ ਹੈ, ਚੁਗਲੋ ਵੱਜੈ, ਭਾਈ ਉਹਨੇ ਚੁਗਲ ਹੀ ਤੇ ਵੱਜਣਾ ਹੈ। ਜਿਹੜਾ ਆਦਮੀ ਇੱਧਰ ਉੱਧਰ ਗੱਲ ਕਰਦਾ ਹੈ, ਫਿਰ ਸਾਰੇ ਲੋਕ ਉਸ ਨੂੰ ਕਹਿੰਦੇ ਆ ਚੁਗਲ ਆ ਗਿਆ, ਮੁਖਬਰ ਆ ਗਿਆ, ਹੁਣ ਕੋਈ ਗੱਲ ਨਾ ਕਰਿਓ। ਇਸ ਢੰਗ ਦੇ ਨਾਲ ਜਿਸ ਮਨੁੱਖ ਦੇ ਅੰਦਰ ਚੁਗਲੀ ਹੁੰਦੀ ਹੈ, ਇੱਧਰ ਉੱਧਰ ਦੀਆਂ ਗੱਲਾਂ ਕਰਦਾ ਹੈ, ਫਿਰ ਉਹਦਾ ਨਾਮ ਚੁਗਲ ਹੀ ਸੰਸਾਰ ਦੇ ਵਿੱਚ ਪੈ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ, ਕੀਤਾ ਕਰਤਿਆ ਉਸ ਦਾ ਸਭ ਗਿਆ, ਉਸ ਦਾ ਕੀਤਾ ਕਤਰਿਆ ਸਾਰਾ ਹੀ ਚਲਾ ਗਿਆ। ਇਹਦਾ ਮਤਲਬ ਇਹ ਹੈ ਜਿਹੜਾ ਆਦਮੀ ਚੁਗਲੀ ਕਰਦਾ ਹੈ, ਆਪਣੀ ਚੁਗਲੀ ਦੇ ਸੁਭਾਅ ਦੇ ਕਾਰਨ ਜੇ ਕੋਈ ਉਸਨੇ ਕਿਸੇ ਦਾ ਭਲਾ ਵੀ ਕੀਤਾ ਹੁੰਦਾ ਹੈ ਨਾ, ਉਹ ਵੀ ਵਿਅਰਥ ਚਲਿਆ ਜਾਂਦਾ ਹੈ। ਤੇ ਅੱਗੋਂ ਲੋਕ ਕਹਿਣ ਲੱਗ ਜਾਂਦੇ ਨੇ, ਬਈ ਤੇਰਾ ਕੀ ਭਰੋਸਾ ਹੈ, ਤੇਰਾ ਕੀ ਇਤਬਾਰ ਹੈ, ਅੱਜ ਤੂੰ ਫਲਾਣੇ ਦੀ ਨਿੰਦਿਆ ਕਰਦਾ ਹੈ, ਕੱਲ੍ਹ ਨੂੰ ਸਾਡੀ ਵੀ ਕਰੇਗਾ। ਇਸ ਢੰਗ ਦੇ ਨਾਲ ਉਹਦਾ ਕੀਤਾ
ਕਤਰਿਆ ਸਾਰਾ ਵਿਅਰਥ ਚਲਿਆ ਗਿਆ। ਨਿਤ ਚੁਗਲੀ ਕਰੇ ਅਣਹੋਂਦੀ ਪਰਾਈ, ਮੋਹ ਕੱਢ ਨਾ ਸਕੈ ਉਸ ਦਾ ਕਾਲਾ ਭਇਆ। ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਹਮੇਸ਼ਾ ਅਣਹੋਂਦੀ ਦਾ ਅਰਥ ਹੈ ਅਣਹੋਈ, ਪਰਾਈ ਚੁਗਲੀ ਕਰਦਾ ਸੀ, ਭਾਵ ਝੂਠੀਆਂ ਤੋਹਮਤਾਂ ਲਾਉਂਦਾ ਸੀ, ਝੂਠੇ ਦੋਸ਼ ਆਰੋਪਦਾ ਸੀ, ਤੇ ਹੁਣ ਉਹ ਗੱਲ ਤਾਂ ਪ੍ਰੂਫ ਹੋ ਨਾ ਸਕੀ। ਹੁਣ ਫਿਰ ਕੀ ਹੋਇਆ? ਉਸ ਦਾ ਮੂੰਹ ਕਾਲਾ ਹੋਇਆ, ਇਸੇ ਲਈ ਮੂੰਹ ਕੱਢ ਨਾ ਸਕਿਆ। ਹੁਣ ਉਹ ਲੋਕਾਂ ਦੇ ਸਾਹਮਣੇ ਆਪਣਾ ਮੂੰਹ ਵੀ ਨਹੀਂ ਕੱਢ ਸਕਦਾ, ਕਿਉਂਕਿ ਇੱਕ ਵਾਰੀ ਆਦਮੀ ਜਦੋਂ ਝੂਠੀ ਗੱਲ ਕਰਕੇ ਤੇ ਫਿਰ ਮੁੱਕਰ ਜਾਂਦਾ ਹੈ, ਲੋਕਾਂ ਵਿੱਚ ਉਸ ਦੀ ਬਦਨਾਮੀ ਹੁੰਦੀ, ਮੂੰਹ ਕਾਲਾ ਹੁੰਦਾ ਹੈ, ਫਿਰ ਉਹ ਲੋਕਾਂ ਦੇ ਸਾਹਮਣੇ ਮੂੰਹ ਨਹੀਂ ਕੱਢ ਸਕਦਾ, ਭਾਵ ਉਹਦੇ ਅੰਦਰ ਝੂਠ ਹੋਣ ਕਰਕੇ ਤੇ ਫਿਰ ਉਹਦੇ ਬਾਰੇ ਕੋਈ ਸਬੂਤ ਨਾ ਹੋਣ ਕਰਕੇ ਝੂਠਾ ਸਿੱਧ ਹੋ ਜਾਂਦਾ ਹੈ। ਫਿਰ ਸ਼ਰਮ ਦਾ ਮਾਰਾ ਲੋਕਾਂ ਦੇ ਸਾਹਮਣੇ ਮੂੰਹ ਵੀ ਨਹੀਂ ਕੱਢ ਸਕਦਾ। ਕਰਮ ਧਰਤੀ ਸਰੀਰ ਕਲਯੁਗ ਵਿੱਚ, ਜਿਹਾ ਕੋ ਬੀਜੇ ਤੇਹਾ ਕੋ ਖਾਏ। ਲੋ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਇਸ ਕਲਯੁਗ ਦੇ ਵਿੱਚ ਆ ਜੋ ਸਰੀਰ ਹੈ ਇਹ ਕਰਮਾਂ ਦੀ ਧਰਤੀ ਹੈ, ਤੇ ਧਰਤੀ ਦਾ ਸੁਭਾਵ ਇਹ ਹੈ ਜਿਹਾ ਕੋ ਬੀਜੇ ਤੇਹਾ ਕੋ ਖਾਏ। ਜਿਹੋ ਜਿਹਾ ਕੋਈ ਬੀਜ ਧਰਤੀ ਵਿੱਚ ਬੀਜਦਾ ਹੈ ਤੇ ਉਹੋ ਜਿਹਾ ਉਹਦਾ ਫਲ ਖਾ ਲੈਂਦਾ ਹੈ, ਕਿਉਂਕਿ ਪ੍ਰਕਿਰਤੀ ਦਾ ਇਹ ਨਿਯਮ ਹੈ। ਇਹ ਧਰਤੀ ਧਰਮ ਦੀ ਮਾਂ ਹੈ, ਤੁਸੀਂ ਇਹਦੇ ਵਿੱਚ ਜਿਹੋ ਜਿਹਾ ਬੀਜ ਬੀਜੋਗੇ ਤੇ ਉਹੋ ਜਿਹਾ ਹੀ ਤੁਹਾਨੂੰ ਖਾਣ ਵਾਸਤੇ ਮਿਲੇਗਾ। ਜਿਵੇਂ ਬਾਬਾ ਫਰੀਦ ਜੀ ਨੇ ਲਿਖਿਆ ਹੈ, ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਡਾ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਜੇ ਹੁਣ ਕੋਈ ਕਿੱਕਰਾਂ ਦੇ ਬੀਜ ਬੀਜ ਕੇ ਤੇ ਫਿਰ ਆਖੇ ਮੈਨੂੰ ਹੁਣ ਬਿਜੌਰ ਦੇਸ਼ ਦੀਆਂ ਦਾਖਾਂ ਮੇਵੇ ਖਾਣ ਵਾਸਤੇ ਮਿਲਣ, ਉਹਦੀ ਇਹ ਸਦਰ ਕਿਵੇਂ ਪੂਰੀ ਹੋ ਸਕਦੀ? ਨਹੀਂ ਹੋ ਸਕਦੀ। ਜਿਹੜਾ ਆਦਮੀ ਕਿੱਕਰਾਂ ਦੇ ਬੀਜ ਬੀਜੇਗਾ ਤੇ ਫਿਰ ਤਾਂ ਉਹਨੂੰ ਕੰਡੇ ਹੀ ਚੁਗਣੇ ਪੈਣਗੇ, ਕੰਡੇ ਹੀ ਉਸ ਨੂੰ ਵੱਜਣਗੇ। ਜੇ ਕੋਈ ਕਿਸੇ ਦੇ ਨਾਲ ਅਣਹੋਈ ਈਰਖਾ ਬਖੀਲੀ ਦੁਐਸ਼ ਕਰੇਗਾ, ਉਹ ਸਮਝ ਲਓ ਕੰਡਿਆਂ ਦੇ ਬੀਜ ਬੀਜਦਾ ਹੈ, ਫਿਰ ਉਹਨੂੰ ਆਪਣੇ ਕੰਡੇ ਆਪ ਹੀ ਚੁਗਣੇ ਪੈਂਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਗੁਰਮੁਖੋ ਇਸ ਕਲਯੁਗ ਦੇ ਵਿੱਚ ਇਹ ਸਰੀਰ ਕਰਮ ਦੀ ਧਰਤੀ ਹੈ, ਇਹਦੇ ਵਿੱਚ ਜਿਹੋ ਜਿਹਾ ਕੋਈ ਕਰਮਾਂ ਦਾ ਬੀਜ ਬੀਜਦਾ ਹੈ ਉਹੋ ਜਿਹਾ ਹੀ ਫਲ ਖਾਂਦਾ ਹੈ। ਇਹਦਾ ਇਹ ਮਤਲਬ ਨਹੀਂ ਕੋਈ ਬੀਜ ਹੋਰ ਬੀਜਿਆ ਜਾਵੇ ਤੇ ਫਲ ਕੋਈ ਹੋਰ ਸਾਨੂੰ ਮਿਲੇ, ਫਿਰ ਇਹ ਧਰਤੀ ਧਰਮ ਦੀ ਨਹੀਂ ਹੋ ਸਕਦੀ। ਧਰਮ ਦੀ ਧਰਤੀ ਤਾਂ ਹੀ ਇਸ ਨੂੰ ਆਖਿਆ ਹੈ ਵੀ ਇਹਦੇ ਵਿੱਚ ਜਿਹੋ ਜਿਹਾ ਕੋਈ ਬੀਜ ਬੀਜਦਾ ਉਹੋ ਜਿਹਾ ਫਲ ਖਾਂਦਾ ਹੈ। ਗੱਲਾਂ ਉੱਪਰ ਤਪਾਵਸ ਨਾ ਹੋਈ, ਵਿਸ ਖਾਦੀ ਤਤਕਾਲ ਮਰ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਵੇਂ ਠੀਕ ਹੈ ਜਿਹੜਾ ਬੰਦਾ ਚੁਗਲ ਹੁੰਦਾ ਹੈ, ਝੂਠਾ ਹੁੰਦਾ ਹੈ, ਉਹ ਗੱਲਾਂ ਬਹੁਤ ਕਰਦਾ ਹੈ, ਪੁੱਠੀਆਂ ਸਿੱਧੀਆਂ, ਇੱਧਰਲੀਆਂ ਉੱਧਰਲੀਆਂ, ਪਰ ਹਜ਼ੂਰ ਕਹਿੰਦੇ ਗੱਲਾਂ ਦੇ ਉੱਪਰ ਤੇ ਨਿਆਂ ਨਹੀਂ ਹੋ ਸਕਦਾ। ਕਈ ਵਾਰੀ ਆਦਮੀ ਆਪਣੇ ਇੱਕ ਝੂਠ ਨੂੰ ਲੁਕਾਉਣ ਵਾਸਤੇ ਸੈਂਕੜੇ ਹੋਰ ਝੂਠ ਬੋਲਦਾ ਹੈ, ਇੱਕ ਪਾਪ ਨੂੰ ਲੁਕਾਉਣ ਵਾਸਤੇ ਹੋਰ ਅਨੇਕਾਂ ਪਾਪ ਕਰਦਾ ਹੈ। ਪਰ ਸਤਿਗੁਰੂ ਕਹਿੰਦੇ ਨੇ, ਜੇ ਹੁਣ ਚੋਰ ਆਦਮੀ ਚੋਰੀ ਕਰਕੇ ਆਖੇ ਮੈਂ ਤੇ ਚੋਰੀ ਕੀਤੀ ਹੀ ਨਹੀਂ, ਗੱਲਾਂ ਦੇ ਉੱਤੇ ਕੋਈ ਨਿਆਂ ਨਹੀਂ ਹੋ ਸਕਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਿਸ ਖਾਧੀ ਤਤਕਾਲ ਮਰ ਜਾਏ। ਇੱਕ ਗੱਲ ਯਾਦ ਰੱਖੋ, ਜਿਸਨੇ ਵਿਉ ਖਾ ਲਈ, ਜ਼ਹਿਰ ਖਾ ਲਈ, ਉਹ ਛੇਤੀ ਹੀ ਮਰ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਮਨ ਦੇ ਵਿੱਚ ਅਣਹੋਈ ਈਰਖਾ ਦੁਐਸ਼ ਰੱਖਦੇ ਹਾਂ, ਇਹ ਮਨ ਨੂੰ ਜ਼ਹਿਰ ਹੈ। ਜਦੋਂ ਅਸੀਂ ਇਹ ਜ਼ਹਿਰ ਖਾ ਲਈ ਤੇ ਸਮਝ ਲਓ ਤਤਕਾਲ ਮਰ ਜਾਏ, ਫਿਰ ਬੜੀ ਛੇਤੀ ਸਾਡੀ ਆਤਮਕ ਮੌਤ ਹੋ ਜਾਂਦੀ ਹੈ। ਰੱਬ ਵੱਲੋਂ ਅਸੀਂ ਮਰ ਜਾਂਦੇ ਹਾਂ ਤੇ ਵਾਹਿਗੁਰੂ ਪਰਮੇਸ਼ਰ ਵੀ ਸਾਨੂੰ ਆਪਣੇ ਮਨੋਂ ਵਿਸਾਰ ਦਿੰਦਾ ਹੈ। ਭਾਈ ਵੇਖੋ ਨਿਆਓ ਸੱਚ ਕਰਤੇ ਕਾ, ਜਿਹਾ ਕੋਈ ਕਰੇ ਤੇਹਾ ਕੋਈ ਪਾਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੋ ਗੂੰਦੇ ਦੇ ਪੁੱਤਰ ਦਾ ਹਾਲ ਹੋਇਆ ਉਹਨੂੰ ਵੇਖ ਕੇ ਇਹ ਬਚਨ ਕਹਿ ਰਹੇ ਨੇ, ਐ ਭਾਈ ਵੇਖੋ ਸੱਚੇ ਕਰਤਾ ਪੁਰਖ ਵਾਹਿਗੁਰੂ ਦਾ ਇਨਸਾਫ, ਜਿਹਾ ਕੋਈ ਕਰੇ ਤੇਹਾ ਕੋਈ ਪਾਏ। ਜਿਹੋ ਜਿਹਾ ਕੋਈ ਆਦਮੀ ਕਰਮ ਕਰਦਾ ਹੈ ਤੇ ਉਹੋ ਜਿਹਾ ਉਹਨੂੰ ਫਲ ਪ੍ਰਾਪਤ ਹੋ ਜਾਂਦਾ ਹੈ। ਜੇ ਗੋਂਦੇ ਦੇ ਪੁੱਤਰ ਮਰਵਾਹੇ ਨੇ ਗੁਰੂ ਘਰ ਦੇ ਨਾਲ
ਅਣਹੋਈ ਈਰਖਾ ਕੀਤੀ, ਉਹਦਾ ਫਲ ਉਸ ਨੂੰ ਮਿਲਿਆ ਹੈ। ਸਰਕਾਰੇ ਦਰਬਾਰੇ ਜਾ ਕੇ ਵੀ ਝੂਠਾ ਹੋਇਆ ਹੈ, ਛਿੱਤਰ ਵੀ ਪਏ ਨੇ, ਲੋਕਾਂ ਵਿੱਚ ਵੀ ਬਦਨਾਮੀ ਹੋਈ ਹੈ। ਪਾਗਲ ਹੋ ਕੇ ਤੇ ਆਖਰ ਉਸ ਨੂੰ ਮੌਤ ਦੇ ਘਾਟ ਉਤਰਨਾ ਪਿਆ ਹੈ। ਇਸੇ ਲਈ ਇਹ ਇੱਕ ਸੱਚਾ ਨਿਆਂ ਹੈ। ਸੱਚ ਕਰਤੇ ਕਹੋ ਕਰਤਾ ਪੁਰਖ, ਸੱਚੇ ਕਰਤਾ ਪੁਰਖ ਦਾ ਇਹ ਸੱਚਾ ਨਿਆਂ ਹੈ। ਇਹ ਦੁਨੀਆ ਦੇ ਲੋਗੋ ਵੇਖੋ ਧਿਆਨ ਦੇ ਨਾਲ, ਜਿਹੋ ਜਿਹਾ ਕੋਈ ਕਰਦਾ ਹੈ ਤੇ ਉਹ ਜਿਹਾ ਭਾਈ ਫਿਰ ਉਸ ਨੂੰ ਫਲ ਖਾਣਾ ਪੈਂਦਾ ਹੈ। ਇੱਕ ਮਹਾਂਪੁਰਖ ਛੋਟੀ ਜਿਹੀ ਸਾਖੀ ਵੀ ਸਰਵਣ ਕਰਵਾਉਂਦੇ ਸਨ। ਕਹਿੰਦੇ ਇੱਕ ਕੋਈ ਸਾਧੂ ਸੀ, ਉਹ ਇੱਕ ਬਰਕਤ ਸਾਧੂ ਸੀ, ਰਾਗ ਦੁਆਸ਼ ਤੋਂ ਰਹਿਤ। ਕਦੀ ਕਦੀ ਭਿੱਖਿਆ ਮੰਗਣ ਵਾਸਤੇ ਪਿੰਡ ਵਿੱਚ ਚਲਿਆ ਜਾਂਦਾ। ਉਸ ਪਿੰਡ ਦੇ ਵਿੱਚ ਇੱਕ ਮਾਈ ਸੀ, ਉਹ ਬੜੀ ਹੀ ਖਰਵੇ ਸੁਭਾਅ ਦੀ ਸੀ। ਉਹ ਸਾਧੂ ਇੱਕ ਗੱਲ ਆਖਿਆ ਕਰੇ, ਉਹ ਕਹਿਣ ਲੱਗਾ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ, ਕੋਈ ਕਰਕੇ ਵੇਖ ਲਓ। ਜਦੋਂ ਇੰਨੀ ਗੱਲ ਆਖੇ ਤਾਂ ਉਸ ਵੇਲੇ ਮਾਈ ਸੜਬਲ ਜਾਇਆ ਕਰੇ। ਇੱਕ ਦਿਨ ਪਤਾ ਨਹੀਂ ਉਸ ਮਾਈ ਦੇ ਮਨ ਦੇ ਵਿੱਚ ਕੀ ਖਿਆਲ ਆਇਆ। ਉਹਨੇ ਸੋਚਿਆ ਇਹ ਸਾਧ ਆ ਕੇ ਰੋਜ਼ ਸਾਨੂੰ ਕੰਟਾਉਂਦਾ ਹੈ, ਇਹਦਾ ਕੰਡਾ ਕੱਢ ਹੀ ਦੇਣਾ ਚਾਹੀਦਾ। ਪਹਿਲਾਂ ਕਦੇ ਵੀ ਉਸ ਨੇ ਉਸ ਸਾਧੂ ਨੂੰ ਕਦੀ ਪ੍ਰਸ਼ਾਦਾ ਨਹੀਂ ਸੀ ਦਿੱਤਾ, ਪਰ ਉਸ ਦਿਨ ਉਹਦੇ ਮਨ ਵਿੱਚ ਪਾਪ ਸੀ। ਉਹਨੇ ਆਪਣੇ ਘਰ ਦੇ ਵਿੱਚ 2 ਪਰੌਠੇ ਬਣਾਏ ਤੇ ਉਹਨਾਂ ਵਿੱਚ ਜ਼ਹਿਰ ਪਾ ਦਿੱਤੀ ਤੇ ਪਰੌਠਿਆਂ ਵਿੱਚ ਜ਼ਹਿਰ ਪਾ ਕੇ ਤੇ ਜਦੋਂ ਸਾਧੂ ਆਇਆ, ਪਹਿਲਾਂ ਹੀ ਉਹ ਤਿਆਰ ਹੋ ਕੇ ਖੜੀ ਸੀ ਤੇ ਉਸਨੇ ਉਸ ਸਾਧੂ ਨੂੰ 2 ਪਰੌਠੇ ਦੇ ਦਿੱਤੇ ਤੇ ਕਹਿਣ ਲੱਗੀ, ਲਓ ਮਹਾਤਮਾ ਜੀ, ਮੈਂ ਬੜੇ ਪ੍ਰੇਮ ਦੇ ਨਾਲ ਤੁਹਾਡੇ ਵਾਸਤੇ ਬਣਾਏ ਨੇ, ਇਹਨਾਂ ਨੂੰ ਤੁਸੀਂ ਹੀ ਛਕਣਾ ਹੈ। ਉਹ ਸਾਧੂ ਕਹਿਣ ਲੱਗੇ, ਮਾਈ ਤੇਰਾ ਭਲਾ ਹੋਵੇ। ਇੰਨਾ ਕਹਿ ਕੇ ਉਹਦੇ ਪਰੌਠੇ ਲੈ ਕੇ ਵਾਪਸ ਚੱਲ ਪਏ। ਜਦੋਂ ਵਾਪਸ ਆ ਰਹੇ ਸਨ, ਜਿੱਥੇ ਉਹ ਸਾਧੂ ਦਾ ਆਸ਼ਰਮ ਸੀ, ਉਹਦੇ ਨੇੜੇ ਹੀ ਸਮਾਈ ਦਾ ਖੇਤ ਸੀ। ਇਹਦੇ ਮੁੰਡੇ ਹਲ ਵਾਹੁੰਦੇ ਵਾਹੁੰਦੇ ਅਚਾਨਕ ਉਹ ਸਾਧੂ ਕੋਲ ਆ ਗਏ। ਦੁਪਹਿਰ ਦਾ ਵਕਤ ਸੀ। ਉਹ ਆ ਕੇ ਕਹਿਣ ਲੱਗੇ, ਮਹਾਤਮਾ ਜੀ, ਸਾਨੂੰ ਬੜੀ ਭੁੱਖ ਲੱਗੀ ਹੋਈ ਹੈ, ਬਈ ਸਾਨੂੰ ਤੁਸੀਂ ਪ੍ਰਸ਼ਾਦਾ ਛਕਾ ਦਿਓ। ਸਾਧੂ ਦਿਆਲੂ ਕਿਰਪਾਲੂ ਹੁੰਦੇ ਨੇ। ਉਹ ਕਹਿਣ ਲੱਗੇ ਵੀ ਸਾਡੇ ਕੋਲੇ 2 ਪਰੌਠੇ ਨੇ, ਮਾਈ ਦੇ 2 ਹੀ ਮੁੰਡੇ ਸਨ। ਕਹਿੰਦੇ, ਲਓ ਅਸੀਂ ਅੱਜ ਨਹੀਂ ਛਕਦੇ, ਵਰਤ ਰੱਖ ਲੈਂਦੇ ਹਾਂ ਤੇ ਤੁਸੀਂ ਇੱਕ ਇੱਕ ਪਰੌਠਾ ਛਕ ਲਵੋ। ਹੁਣ ਉਹ ਸਾਧੂ ਨੂੰ ਤਾਂ ਕੋਈ ਪਤਾ ਨਹੀਂ ਸੀ ਕੀ ਗੱਲ ਹੈ ਕੀ ਨਹੀਂ। ਉਸ ਮਾਈ ਦੇ ਹੀ ਪਰੌਠੇ ਉਸ ਮਾਈ ਦੇ ਹੀ 2 ਪੁੱਤਰਾਂ ਨੂੰ ਦੇ ਦਿੱਤੇ ਤੇ ਜਦੋਂ ਉਹਨਾਂ ਨੇ ਉਹ ਪਰੌਠੇ ਖਾਧੇ, ਜ਼ਹਿਰ ਦਾ ਅਸਰ ਤੇ ਹੋਣਾ ਹੀ ਸੀ ਤੇ ਆਖੀਰ ਉਹ ਪੁੱਤਰਾਂ ਨੂੰ ਜਦੋਂ ਜ਼ਹਿਰ ਚੜ੍ਹੀ ਤੇ ਇੱਕਦਮ ਬੇਹੋਸ਼ ਹੋ ਗਏ। ਉਸ ਵੇਲੇ ਕੋਈ ਇੰਨੇ ਡਾਕਟਰੀ ਇਲਾਜ ਵੀ ਨਹੀਂ ਸਨ ਹੁੰਦੇ ਤੇ ਅਖੀਰ ਜਦੋਂ ਤੱਕ ਉਹਨਾਂ ਨੂੰ ਘਰ ਲਿਆਂਦਾ ਗਿਆ ਤੇ ਉਹਨਾਂ ਨੂੰ ਪੁੱਛਿਆ, ਭਾਈ ਦੱਸੋ ਕੀ ਗੱਲ ਹੈ, ਤੁਸੀਂ ਕੀ ਖਾਧਾ ਸੀ, ਤੁਹਾਨੂੰ ਕੀ ਹੋ ਗਿਆ? ਤਾਂ ਉਸ ਵੇਲੇ ਉਹਨਾਂ ਨੇ ਇੱਕੋ ਹੀ ਗੱਲ ਆਖੀ ਵੀ ਅਸੀਂ ਸਾਧੂ ਕੋਲੋਂ ਪਰੌਠੇ ਲੈ ਕੇ ਖਾਧੇ ਸਨ, ਵੀ ਸਾਨੂੰ ਕੋਈ ਪਤਾ ਨਹੀਂ ਵੀ ਉਹਨਾਂ ਵਿੱਚ ਕੀ ਸੀ ਕੀ ਨਹੀਂ ਸੀ। ਜਦੋਂ ਲੋਕ ਸਾਧੂ ਕੋਲ ਆਏ ਤੇ ਕਹਿਣ ਲੱਗੇ, ਵੀ ਤੂੰ ਦੱਸ ਇਹ ਪਰੌਠੇ ਕਿੱਥੋਂ ਲਿਆਂਦੇ ਸਨ? ਤੇ ਜਦੋਂ ਇਹ ਗੱਲ ਪੁੱਛੀ ਗਈ, ਉਹ ਕਹਿੰਦੇ ਵੀ ਮੈਂ ਤੇ ਇਹਨਾਂ ਦੇ ਘਰੋਂ ਹੀ ਲਿਆਂਦੇ ਸਨ, ਇਹਨਾਂ ਦੀ ਮਾਂ ਨੇ ਮੈਨੂੰ ਇਹ ਪਰੌਠੇ ਦਿੱਤੇ ਸਨ। ਤੇ ਜਦੋਂ ਮਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਮਾਰ ਮਾਰ ਕੇ ਰੋਵੇ ਵੀ ਮੈਂ ਤੇ ਸਾਧੂ ਦਾ ਬੁਰਾ ਸੋਚਿਆ ਸੀ, ਮੇਰਾ ਆਪਣਾ ਘਰ ਹੀ ਬਰਬਾਦ ਹੋ ਗਿਆ। ਇਹਦਾ ਮਤਲਬ ਇਹ ਹੋਇਆ ਵੀ ਜਦੋਂ ਕੋਈ ਆਦਮੀ ਕਿਸੇ ਬਾਰੇ ਟੂਆ ਪੁੱਟਦਾ ਹੈ, ਉਹਦੇ ਵਾਸਤੇ ਪਹਿਲਾਂ ਖੂਹ ਤਿਆਰ ਹੁੰਦਾ ਹੈ ਤੇ ਫਿਰ ਉਹਦੇ ਵਿੱਚ ਡਿੱਗਣ ਤੋਂ ਉਸ ਨੂੰ ਆਪਣੇ ਬਚਾਅ ਲਈ ਸੋਚਣਾ ਚਾਹੀਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਾਰ-ਬਾਰ ਸਾਨੂੰ ਇਹ ਗੱਲ ਸਮਝਾਉਂਦੇ ਨੇ, ਬਈ ਤੁਸੀਂ ਭਾਈ ਕੰਮ ਸੋਚ ਸਮਝ ਕੇ ਕਰਿਆ ਕਰੋ, ਕਿਉਂਕਿ ਇਹ ਜਿਹੜਾ ਸਰੀਰ ਹੈ ਕਰਮ ਦੀ ਧਰਤੀ ਹੈ। ਜਿਹਾ ਕੋਈ ਕਰੇ ਤਿਹਾ ਕੋਈ ਪਾਏ। ਇਹਦੇ ਵਿੱਚ ਜਿਹੋ ਜਿਹਾ ਕੋਈ ਚੰਗਾ ਮਾੜਾ ਕਰਮ ਕਰਦਾ ਹੈ ਤੇ ਉਹੋ ਜਿਹਾ ਹੀ ਫਲ ਪ੍ਰਾਪਤ ਕਰ ਲੈਂਦਾ ਹੈ। ਜਨ ਨਾਨਕ ਕਉ ਸਭ ਸੋਝੀ ਪਾਈ, ਹਰ ਦਰ ਕੀਆਂ ਬਾਤਾਂ ਆਖ ਸੁਣਾਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਨੂੰ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਐਸੀ ਸਾਰੀ ਸੋਝੀ ਬਖਸ਼ਿਸ਼ ਕਰ ਦਿੱਤੀ ਹੈ, ਹਰ ਦਰ ਕੀਆਂ ਬਾਤਾਂ ਆਖ ਸੁਣਾਏ। ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਦੀਆਂ ਭਾਵ ਤੁਰ ਦਰਗਾਹ ਦੀਆਂ ਗੱਲਾਂ ਆਖ ਕੇ ਸੁਣਾ ਰਹੇ ਹਾਂ। ਜੋ ਕੁਝ ਉਸ ਵਾਹਿਗੁਰੂ ਦੇ ਦਰ ਕਰ ਇਨਸਾਫ ਹੁੰਦਾ ਹੈ,
ਉਹ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ। ਮਹੱਲਾ ਚੌਥਾ। ਹੁੰਦਾ ਪ੍ਰਤੱਖ ਗੁਰੂ ਜੋ ਵਿਛੜੇ, ਤਿਨ ਕੋ ਦਰ ਢੋਈ ਨਾਹੀ। ਲਓ ਹੁਣ ਇਹ ਜੋ ਦੂਜਾ ਸ਼ਲੋਕ ਆ ਰਿਹਾ ਹੈ, ਇਹਦੇ ਵਿੱਚ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਜਿਹੜੇ ਗੁਰੂ ਘਰ ਦੇ ਨਾਲ ਈਰਖਾ ਕਰਦੇ ਸਨ, ਤੇ ਗੁਰੂ ਮਹਾਰਾਜ ਨੇ ਫਿਰ ਉਹਨਾਂ ਦਾ ਬਾਈਕਾਟ ਕਰ ਦਿੱਤਾ ਤੇ ਆਖਿਆ ਬਈ ਤੁਸੀਂ ਸਾਡੇ ਕੋਲ ਨਾ ਆਇਓ, ਅਸੀਂ ਤੁਹਾਡੇ ਕੰਮ ਦੇ ਵਿੱਚ ਦਖਲ ਨਹੀਂ ਦੇਵਾਂਗੇ। ਤੇ ਹੁਣ ਉਹਨਾਂ ਦਾ ਜੋ ਹਸ਼ਰ ਹੋਇਆ ਹੈ, ਹੁਣ ਉਹਦੇ ਬਾਰੇ ਫਿਰ ਸਤਿਗੁਰੂ ਮਹਾਰਾਜ ਅੱਗੇ ਜ਼ਿਕਰ ਕਰਨ ਲੱਗੇ ਨੇ। ਹੁੰਦਾ ਪ੍ਰਤੱਖ ਗੁਰੂ ਜੋ ਵਿਛੜੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਪ੍ਰਤੱਖ ਹੁੰਦਿਆਂ ਹੋਇਆਂ ਜਿਹੜੇ ਲੋਕ ਗੁਰੂ ਤੋਂ ਵਿਛੜੇ ਹੋਏ ਸਨ, ਤਿੰਨ ਕੋ ਦਰ ਢੋਈ ਨਾਹੀ, ਬਈ ਹੁਣ ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਕਿਧਰੇ ਢੋਈ ਨਹੀਂ ਮਿਲ ਸਕਦੀ। ਕੋਈ ਜਾਏ ਮਿਲੈ ਤਿਨ ਨਿੰਦਕਾ, ਮੋਹ ਫਿੱਕੇ ਥੁਕ ਥੁਕ ਮੋਹਿ ਪਾਹੀ। ਲੋ ਜੇ ਕੋਈ ਆਮ ਹੋਰ ਆਦਮੀ ਵੀ ਐਸੇ ਗੁਰੂ ਦੇ ਨਿੰਦਕਾਂ ਨੂੰ ਜਾ ਕੇ ਮਿਲਦੇ ਹਨ, ਮੋਹ ਫਿੱਕੇ, ਉਹਨਾਂ ਦੇ ਵੀ ਮੂੰਹ ਬੇਰੌਣਕੇ ਹੋ ਜਾਂਦੇ ਨੇ, ਉਹਨਾਂ ਦੇ ਮੂੰਹ ਤੇ ਵੀ ਉਦਾਸੀ ਛਾ ਜਾਂਦੀ ਹੈ। ਥੁੱਕ ਥੁੱਕ ਮੋਹੇ ਪਾਈ, ਤੇ ਉਹਨਾਂ ਦੇ ਮੂੰਹ ਤੇ ਵੀ ਲੋਕੀ ਥੁੱਕ ਥੁੱਕਦੇ ਨੇ, ਲਾਹਣਤਾਂ ਦਿੰਦੇ ਨੇ ਵੀ ਤੁਸੀਂ ਗੁਰੂ ਦੇ ਨਿੰਦਕਾਂ ਦੇ ਨਾਲ ਰਲ ਗਏ ਹੋ, ਤੁਹਾਨੂੰ ਸ਼ਰਮ ਨਹੀਂ ਆਉਂਦੀ। ਇਸ ਤਰ੍ਹਾਂ ਉਹਨਾਂ ਦੇ ਮੂੰਹ ਵੀ ਬੇਰੌਣਕੇ ਹੋ ਜਾਂਦੇ ਨੇ, ਤੇ ਉਹਨਾਂ ਦੇ ਮੂੰਹ ਦੇ ਉੱਤੇ ਲੋਕੀ ਥੁੱਕ ਸੁੱਟਦੇ ਹਨ। ਜੋ ਸਤਿਗੁਰ ਫਿਟ ਕੇ ਸੇ ਸਭ ਜਗਤ ਫਿਟ ਕੇ, ਨਿਤ ਭੰਬਲ ਭੂਸੇ ਖਾਹੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਸਤਿਗੁਰ ਫਿਟ ਕੇ, ਜਿਹੜੇ ਸਤਿਗੁਰੂ ਨੇ ਫਿਟਕਾਰ ਦਿੱਤੇ, ਜਿਹੜੇ ਸਤਿਗੁਰੂ ਨੇ ਦੁਰਕਾਰ ਦਿੱਤੇ, ਸੇ ਸਭ ਜਗਤ ਫਿਟ ਕੇ, ਫਿਰ ਸਾਰੇ ਸੰਸਾਰ ਨੇ ਵੀ ਉਹਨਾਂ ਨੂੰ ਫਿਟਕਾਰ ਦਿੱਤਾ। ਨਿਤ ਭੰਬਲ ਪੂਸੇ ਖਾਹੀ, ਤੇ ਹੁਣ ਦੇਖ ਲਓ ਐਵੇਂ ਭੰਬਲ ਪੂਸੇ ਖਾਂਦੇ ਫਿਰਦੇ ਨੇ। ਭਾਵ ਜਿਹੜੇ ਮਰਵਾਹੇ ਖੱਤਰੀ ਸਨ, ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਫਿਟਕਾਰਿਆ, ਤੇ ਫਿਰ ਸਰਕਾਰੀ ਦਰਬਾਰੇ ਗਏ, ਉੱਥੇ ਵੀ ਝੂਠੇ ਹੋਏ, ਤੇ ਫਿਰ ਸਾਰੇ ਸੰਸਾਰ ਦੇ ਵਿੱਚ ਵੀ ਉਹਨਾਂ ਨੂੰ ਲਾਹਣਤਾਂ ਮਿਲੀਆਂ, ਤੇ ਹੁਣ ਉਹ ਭੰਬਲ ਪੂਸੇ ਖਾਂਦੇ ਫਿਰਦੇ ਹਨ। ਜਿਨ ਗੁਰ ਗੋਪਿਆ ਆਪਣਾ, ਸੇ ਲੈਂਦੇ ਢਹਾ ਫਿਰਾਹੀ। ਇਹਦਾ ਕਾਰਨ ਕੀ ਹੈ? ਗੁਰੂ ਮਹਾਰਾਜ ਕਹਿੰਦੇ ਭਾਈ, ਜਿਨ੍ਹਾਂ ਨੇ ਆਪਣੇ ਗੁਰੂ ਨੂੰ ਗੋਪਿਆ ਦਾ ਅਰਥ ਛਪਾਇਆ ਹੈ, ਜਿਨ੍ਹਾਂ ਨੇ ਆਪਣੇ ਗੁਰੂ ਨੂੰ ਛਪਾਇਆ ਹੈ, ਤੇ ਉਹ ਫਿਰ ਹੁਣ ਅੱਗੇ ਢਾਹਾਂ ਦਾ ਅਰਥ ਹੈ ਵੀ ਹੋਰ ਢੋਈ, ਹੋਰ ਆਸਰਾ ਭਾਲਦੇ ਫਿਰਦੇ ਨੇ, ਪਰ ਉਹਨਾਂ ਨੂੰ ਕੋਈ ਆਸਰਾ ਮਿਲ ਨਹੀਂ ਰਿਹਾ। ਜਿਹੜੇ ਗੁਰੂ ਦੇ ਧੱਕੇ ਹੋਏ ਨੇ, ਉਹਨਾਂ ਨੂੰ ਹੋਰ ਕੌਣ ਆਸਰਾ ਦੇ ਸਕਦਾ ਹੈ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦਾ ਇਹ ਇਸ਼ਾਰਾ ਉਸ ਘਟਨਾ ਵੱਲ ਹੈ, ਜਦੋਂ ਇਹਨਾਂ ਦਾ ਬਜ਼ੁਰਗ ਗੂੰਦਾ ਖੱਤਰੀ ਧੰਨ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਵਿੱਚ ਪਹੁੰਚਿਆ ਸੀ। ਬੇਨਤੀ ਕੀਤੀ, ਮਹਾਰਾਜ ਮੈਂ ਪਿੰਡ ਨਗਰ ਵਸਾਉਣਾ ਚਾਹੁੰਦਾ ਹਾਂ, ਤੁਸੀਂ ਉਹਦੇ ਵਿੱਚ ਮੇਰੀ ਮਦਦ ਕਰੋ। ਤਾਂ ਗੁਰੂ ਅੰਗਦ ਦੇ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਭੇਜਿਆ ਸੀ, ਜਾਓ ਜਾ ਕੇ ਤੁਸੀਂ ਗੋਇੰਦਵਾਲ ਨਗਰ ਵਸਾਓ। ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਚਲੋ ਕਿਰਪਾ ਕੀਤੀ, ਗੋਂਦੇ ਦੀ ਬੇਨਤੀ ਨੂੰ ਪ੍ਰਵਾਨ ਕੀਤਾ, ਤੇ ਗੋਇੰਦਵਾਲ ਨਗਰ ਵਸਾ ਦਿੱਤਾ। ਤੇ ਹੁਣ ਜਦੋਂ ਉੱਥੇ ਸੰਗਤਾਂ ਦੀ ਰੌਣਕ ਹੋ ਗਈ, ਗੋਂਦਾ ਤੇ ਚੜ੍ਹਾਈ ਕਰ ਗਿਆ, ਉਹਦੇ ਪੁੱਤਰ ਦਾਅਵੇਦਾਰ ਬਣ ਬੈਠੇ। ਹੁਣ ਸਤਿਗੁਰੂ ਕਹਿੰਦੇ ਨੇ, ਉਹ ਕਹਿੰਦੇ ਇਹ ਤਾਂ ਹੈ ਹੀ ਪਿੰਡ ਸਾਡਾ, ਅਸੀਂ ਇਹਦੇ ਮਾਲਕ ਹਾਂ, ਅਸੀਂ ਚੌਧਰੀ ਹਾਂ। ਹੁਣ ਗੁਰੂ ਦਾ ਪਰਉਪਕਾਰ ਤੇ ਭੁਲਾ ਦਿੱਤਾ ਨਾ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਜਿਨ ਗੁਰ ਗੋਪਿਆ ਆਪਣਾ, ਜਿਨ੍ਹਾਂ ਨੇ ਆਪਣੇ ਗੁਰੂ ਨੂੰ ਹੀ ਆਲੋਪ ਕਰ ਦਿੱਤਾ ਹੈ, ਗੁਰੂ ਨੂੰ ਹੀ ਛੁਪਾ ਦਿੱਤਾ ਹੈ, ਸਤਿਗੁਰੂ ਦੇ ਪਰਉਪਕਾਰ ਨੂੰ ਭੁੱਲ ਗਏ ਨੇ। ਹੁਣ ਉਹ ਲੋਕਾਂ ਦੇ ਪਾਸੋਂ ਢਾਹਾਂ ਦਾ ਅਰਥ ਹੈ ਵੀ ਢੋਈ ਆਸਰਾ ਲੈਂਦੇ ਫਿਰਦੇ ਨੇ, ਕੋਈ ਆਸਰਾ ਨਹੀਂ ਦੇ ਰਿਹਾ। ਤਿਨ ਕੀ ਭੁੱਖ ਕਦੇ ਨਾ ਉਤਰੈ, ਨਿਤ ਭੁੱਖਾ ਭੁੱਖ ਕੂ ਕਾਹੀ। ਲੋ ਸਤਿਗੁਰੂ ਕਹਿੰਦੇ ਨੇ ਭਾਈ, ਜਿਹੜੀ ਉਹਨਾਂ ਦੇ ਅੰਦਰ ਮਾਇਆ ਦੀ ਭੁੱਖ ਲੱਗੀ ਹੋਈ ਹੈ ਨਾ, ਤੇ ਗੁਰੂ ਮਹਾਰਾਜ ਨੂੰ ਕਹਿੰਦੇ ਸੀ ਤੁਸੀਂ ਸਾਡੇ ਪਿੰਡ ਵਿੱਚ ਰਹਿੰਦੇ ਹੋ, ਅਸੀਂ ਚੌਧਰੀ ਹਾਂ, ਤੇ ਜਿਹੜੀ ਤੁਹਾਡੇ ਕੋਲੇ ਸੰਗਤਾਂ ਦੀ ਕਾਰ ਭੇਟ ਆਉਂਦੀ, ਉਹਦਾ ਹਿੱਸਾ ਸਾਨੂੰ ਦਿਆ ਕਰੋ। ਤੇ ਸਤਿਗੁਰੂ ਕਹਿੰਦੇ ਨੇ, ਤਿੰਨ ਕੀ ਭੁੱਖ ਕਦੇ ਨਾ ਉਤਰੈ, ਉਹਨਾਂ ਦੀ ਇਹ ਭੁੱਖ ਮਾਇਆ ਦੀ ਕਦੇ ਵੀ ਉਤਰ ਨਹੀਂ ਸਕਦੀ। ਨਿਤ ਭੁੱਖਾ ਭੁੱਖ ਕੂ ਕਾਹੀ, ਉਹ ਹਮੇਸ਼ਾ ਭੁੱਖੇ ਹੀ ਭੁੱਖੇ ਕੂਕਾਂ ਮਾਰਦੇ ਨੇ ਵੀ ਸਾਨੂੰ ਮਾਇਆ ਮਿਲਣੀ ਚਾਹੀਦੀ ਹੈ, ਸਾਨੂੰ ਧਨ ਮਿਲਣਾ ਚਾਹੀਦਾ ਹੈ, ਤੇ ਸਾਨੂੰ ਦੌਲਤ ਮਿਲਣੀ ਚਾਹੀਦੀ ਹੈ। ਬਸ ਇਸੇ ਤਰ੍ਹਾਂ ਹੀ ਮਾਇਆ ਦੀ ਭੁੱਖ ਦੇ ਭੁੱਖੇ ਹਮੇਸ਼ਾ ਲਈ ਕੂਕਾਂ ਮਾਰਦੇ ਹਨ। ਉਹਨਾਂ ਦਾ ਆਖਿਆ ਕੋ ਨਾ ਸੁਣੈ, ਨਿਤ ਹੌਲੇ ਹੌਲ ਮਰਾਹੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਗੁਰੂ ਦੇ ਦੁਖੀਆਂ ਦਾ ਆਖਿਆ ਕੋਈ ਵੀ ਨਹੀਂ ਸੁਣਦਾ,
ਨਿਤ ਹੌਲੇ ਹੌਲ ਮਰਾਹੀ, ਫਿਰ ਉਹਨਾਂ ਨੂੰ ਹੌਲ ਪੈਂਦੇ ਨੇ, ਦਿਲ ਨੂੰ ਘਬਰਾ ਆਉਂਦਾ ਹੈ ਤੇ ਉਸੇ ਹੌਲ ਦੇ ਨਾਲ ਮਰਦੇ ਫਿਰਦੇ ਹਨ। ਸਤਿਗੁਰ ਕੀ ਵਡਿਆਈ ਵੇਖ ਨਾ ਸਕਨੇ, ਉਹਨਾਂ ਅੱਗੇ ਪਿੱਛੇ ਥਾਓ ਨਾਹੀ। ਲੋ ਹਜ਼ੂਰ ਕਹਿੰਦੇ ਨੇ ਭਾਈ ਉਹ ਜਿਹੜੇ ਗੁਰੂ ਦੇ ਨਿੰਦਕ ਨੇ ਉਹ ਸਤਿਗੁਰੂ ਦੀ ਵਡਿਆਈ ਨੂੰ ਵੇਖ ਨਹੀਂ ਸਕਦੇ, ਉਹਨਾਂ ਨੂੰ ਸਤਿਗੁਰੂ ਦੀ ਵਡਿਆਈ ਸਿਖਾਉਂਦੀ ਨਹੀਂ ਹੈ। ਉਹਨਾਂ ਅੱਗੇ ਪਿੱਛੇ ਥਾਓ ਨਾਹੀ, ਇਸੇ ਲਈ ਉਹਨਾਂ ਦੇ ਲਈ ਨਾ ਅੱਗੇ ਨਾ ਪਿੱਛੇ, ਨਾ ਇਸ ਦੁਨੀਆ ਵਿੱਚ ਨਾ ਦਰਗਾਹ ਦੇ ਵਿੱਚ ਕਦੇ ਉਹਨਾਂ ਨੂੰ ਕੋਈ ਟਿਕਾਣਾ ਨਹੀਂ ਮਿਲ ਸਕਦਾ। ਜੋ ਸਤਿਗੁਰ ਮਾਰੇ ਤਿਨ ਜਾਏ ਮਿਲਹਿ, ਰਹਿੰਦੀ ਖੋਹੰਦੀ ਸਭ ਪਤ ਗਵਾਹੀ। ਲੋ ਹਜ਼ੂਰ ਕਹਿੰਦੇ ਨੇ ਜਿਹੜੇ ਭਾਈ ਸਤਿਗੁਰੂ ਦੇ ਮਾਰੇ ਹੋਏ ਨੇ, ਸਤਿਗੁਰੂ ਦੇ ਸਰਾਫੇ ਹੋਏ ਨੇ, ਸਤਿਗੁਰੂ ਦੇ ਦੁਰਕਾਰੇ ਹੋਏ ਨੇ, ਜਿਹੜੇ ਲੋਕ ਜਾ ਕੇ ਫਿਰ ਉਹਨਾਂ ਨੂੰ ਮਿਲ ਜਾਂਦੇ ਨੇ, ਰਹਿੰਦੀ ਖੋਹੰਦੀ ਸਭ ਪਤ ਗਵਾਹੀ, ਉਹਨਾਂ ਨੇ ਵੀ ਆਪਣੀ ਰਹਿੰਦੀ ਖੋਹੰਦੀ ਸਾਰੀ ਪਤ ਇੱਜ਼ਤ ਗਵਾ ਲਈ। ਹੋਏ ਅੱਗੇ ਕੁਸ਼ਟੀ ਗੁਰ ਕੇ ਫਿਟਕੇ, ਜੇ ਉਸ ਮਿਲੈ ਤਿਸ ਕੁਸ਼ਟ ਉਠਾਹੀ। ਲੋ ਹਜ਼ੂਰ ਕਹਿੰਦੇ ਨੇ ਉਹ ਤਾਂ ਭਾਈ ਅੱਗੇ ਹੀ ਗੁਰੂ ਦੇ ਫਟਕਾਰੇ ਹੋਏ ਕੋੜੀ ਨੇ, ਭਾਵ ਉਹ ਤਾਂ ਕੋੜੀ ਪਹਿਲਾਂ ਹੀ ਸਤਿਗੁਰੂ ਦੇ ਫਟਕਾਰੇ ਹੋਏ ਨੇ, ਦੁਰਕਾਰੇ ਹੋਏ ਨੇ। ਜੇ ਉਸ ਮਿਲੇ ਜਿਹੜਾ ਭਾਈ ਉਸ ਗੁਰੂ ਦੇ ਫਟਕਾਰਿਆਂ ਹੋਇਆਂ ਨੂੰ, ਗੁਰੂ ਦੇ ਦੁਰਕਾਰਿਆਂ ਹੋਇਆਂ ਨੂੰ ਜਾ ਕੇ ਮਿਲਦਾ ਹੈ, ਤਿਸ ਕੁਸ਼ਟ ਉਠਾਹੀ, ਫਿਰ ਉਹਨੂੰ ਵੀ ਉਹ ਨਿੰਦਿਆ ਦਾ ਕੋੜ ਚਿੰਬੜ ਜਾਂਦਾ ਹੈ, ਫਿਰ ਉਹ ਵੀ ਕੋੜੀ ਬਣ ਜਾਂਦੇ ਨੇ। ਕਿਉਂਕਿ ਜਿਵੇਂ ਕੋੜ ਇੱਕ ਛੂਤ ਦੀ ਬਿਮਾਰੀ ਹੁੰਦੀ ਹੈ, ਪੁਰਾਣੇ ਸਮੇਂ ਦੇ ਵਿੱਚ ਕੋੜ ਦਾ ਇਲਾਜ ਵੀ ਕੋਈ ਨਹੀਂ ਸੀ ਹੁੰਦਾ। ਜੇ ਕਿਸੇ ਬੰਦੇ ਨੂੰ ਕੋੜ ਹੋ ਜਾਂਦਾ ਸੀ ਤੇ ਉਸ ਨੂੰ ਪਿੰਡੋਂ ਵੀ ਬਾਹਰ ਕਿਸੇ ਦੂਰ ਥਾਂ ਤੇ ਉਸ ਨੂੰ ਛੱਡ ਦਿੱਤਾ ਜਾਂਦਾ ਸੀ ਤੇ ਉਹਦੇ ਕੋਈ ਨੇੜੇ ਨਹੀਂ ਸੀ ਜਾਂਦਾ। ਰੋਟੀ ਪਾਣੀ ਵੀ ਉਹਨੂੰ ਦੇਣਾ ਹੁੰਦਾ ਸੀ, ਜਿਵੇਂ ਕੁੱਤਿਆਂ ਨੂੰ ਅੱਡ ਬਰਤਨ ਦੇ ਵਿੱਚ ਪਾ ਕੇ ਦਿੰਦੇ ਨੇ, ਇਸ ਤਰ੍ਹਾਂ ਉਹਨਾਂ ਨੂੰ ਦਿੱਤਾ ਜਾਂਦਾ ਸੀ। ਤੇ ਫਿਰ ਕੋੜ ਦੀ ਬਿਮਾਰੀ ਨੂੰ ਇੱਕ ਛੂਤ ਦੀ ਬਿਮਾਰੀ ਸਮਝਿਆ ਜਾਂਦਾ ਸੀ। ਲੋਕ ਕਹਿੰਦੇ ਜੇ ਉਹਦੇ ਕੋਲ ਚਲੇ ਗਏ, ਜੇ ਕਿਸੇ ਨੇ ਇਹਦਾ ਜੂਠਾ ਖਾ ਲਿਆ ਜਾਂ ਇਹਦੇ ਕੱਪੜੇ ਵੀ ਸਾਨੂੰ ਛੋਹ ਗਏ, ਸਾਨੂੰ ਵੀ ਕੋੜ ਹੋ ਸਕਦਾ ਹੈ। ਇਸ ਗੱਲ ਦੇ ਮਾਰੇ ਲੋਕ ਉਹਨਾਂ ਕੋੜੀਆਂ ਦੇ ਨੇੜੇ ਨਹੀਂ ਸੀ ਪੈਠਦੇ। ਹਜ਼ੂਰ ਕਹਿੰਦੇ ਨੇ ਇਹ ਵੀ ਤਾਂ ਗੁਰੂ ਦੇ ਫਟਕਾਰੇ ਹੋਏ ਕੋੜੀ ਨੇ, ਤੇ ਜਿਹੜਾ ਉਹਨਾਂ ਭਾਈ ਐਸੇ ਗੁਰੂ ਦੇ ਫਟਕਾਰੇ ਹੋਏ ਨੂੰ ਮਿਲਦਾ ਹੈ, ਜੇ ਉਸ ਮਿਲੇ, ਜਿਹੜਾ ਉਸ ਗੁਰੂ ਦੇ ਨਿੰਦਕ ਨੂੰ ਮਿਲਦਾ ਹੈ, ਕੋੜੀ ਨੂੰ ਮਿਲਦਾ ਹੈ, ਤੇ ਉਹਨੂੰ ਵੀ ਭਾਈ ਫਿਰ ਕੋੜ ਪੈਦਾ ਹੋ ਜਾਂਦਾ ਹੈ, ਉਹਨੂੰ ਵੀ ਕੋੜ ਚਿੰਬੜ ਜਾਂਦਾ ਹੈ। ਹਰ ਤਿਨਕਾ ਦਰਸ਼ਨ ਨਾ ਕਰਹੁ, ਜੋ ਦੂਜੈ ਭਾਏ ਚਿਤ ਲਾਹੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਹਰ ਦਾ ਅਰਥ ਹੈ ਵਾਹਿਗੁਰੂ, ਤਿਨਕਾ ਦਰਸ਼ਨ ਨਾ ਕਰੋ, ਤੁਸੀਂ ਇਹੋ ਜਿਹੇ ਬੰਦਿਆਂ ਦਾ ਸਾਨੂੰ ਦਰਸ਼ਨ ਨਾ ਕਰਵਾਓ। ਸਤਿਗੁਰੂ ਅਕਾਲ ਪੁਰਖ ਨੂੰ ਕਹਿੰਦੇ ਨੇ ਵੀ ਲੋਕ ਇਹ ਗੱਲ ਕਹਿੰਦੇ ਨੇ ਵੀ ਵਾਹਿਗੁਰੂ, ਹੇ ਵਾਹਿਗੁਰੂ, ਸਾਨੂੰ ਇਹੋ ਜਿਹੇ ਬੰਦਿਆਂ ਦੇ ਮੱਥੇ ਨਾ ਲਾਓ, ਇਹੋ ਜਿਹੇ ਬੰਦਿਆਂ ਦੇ ਦਰਸ਼ਨ ਨਾ ਕਰਵਾਓ, ਜੋ ਦੂਜਾ ਪਾਏ ਚਿਤ ਲਾਹੀ, ਜਿਹੜੇ ਗੁਰੂ ਨੂੰ ਛੱਡ ਕੇ ਹੋਰ ਦੂਜੇ ਪਾਸੇ ਚਿਤ ਲਾਈ ਫਿਰਦੇ ਹਨ। ਧੁਰ ਕਰਤਾ ਆਪ ਲਿਖ ਪਾਇਆ, ਤਿਸ ਨਾਲ ਕਿਹੋ ਚਾਰਾ ਨਾਹੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਕਰਤਾ ਪੁਰਖ ਵਾਹਿਗੁਰੂ ਨੇ ਧੁਰ ਦਰਗਾਹ ਤੋਂ ਆਪ ਹੀ ਐਸਾ ਲਿਖ ਲਿਖ ਕੇ ਪਾ ਦਿੱਤਾ ਹੈ, ਤਿਸ ਨਾਲ ਕਿਹੋ ਚਾਰਾ ਨਹੀਂ। ਹੁਣ ਉਸ ਵਾਹਿਗੁਰੂ ਦੇ ਨਾਲ ਤੇ ਕਿਸੇ ਦਾ ਜ਼ੋਰ ਨਹੀਂ ਨਾ ਚੱਲ ਸਕਦਾ। ਭਾਵ ਜਿਹੜੇ ਗੁਰੂ ਦੇ ਨਿੰਦਕ ਨੇ ਤੇ ਉਹਨਾਂ ਦੇ ਮੱਥੇ ਤੇ ਲੇਖ ਹੀ ਐਸੇ ਲਿਖੇ ਗਏ ਹੋਏ ਨੇ, ਓਏ ਵਿਚਾਰੇ ਕਿਆ ਕਰਹਿ ਜਾਂ ਭਾਗ ਧੁਰ ਮੰਦੇ। ਜੇ ਧੁਰ ਤੋਂ ਹੀ ਮਾੜੇ ਭਾਗ ਜਿਨ੍ਹਾਂ ਦੇ ਲਿਖੇ ਗਏ ਨੇ, ਫਿਰ ਉੱਥੇ ਦੱਸੋ ਕੋਈ ਆਦਮੀ ਕੀ ਕਰ ਸਕਦਾ ਹੈ। ਜਨ ਨਾਨਕ ਨਾਮ ਅਰਾਧ ਤੂੰ, ਤਿਸ ਅਪੜ ਕੋ ਨਾ ਸਕਾਹੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਮਨ ਨੂੰ ਕਹਿੰਦੇ ਨੇ, ਮਨਾ ਤੂੰ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਅਰਾਧ, ਕਿਉਂਕਿ ਤਿਸ ਅਪੜ ਕੋ ਨਾ ਸਕਾਹੀ, ਜਿਸ ਦੇ ਪੱਖ ਤੇ ਆਪ ਅਕਾਲ ਪੁਰਖ ਵਾਹਿਗੁਰੂ ਖੜਾ ਹੁੰਦਾ ਹੈ, ਉਹਦੇ ਬਰਾਬਰ ਹੋਰ ਕੋਈ ਵੀ ਅਪੜ ਨਹੀਂ ਸਕਦਾ, ਕੋਈ ਵੀ ਉਹਦੇ ਬਰਾਬਰ ਪਹੁੰਚ ਨਹੀਂ ਸਕਦਾ। ਨਾਵੇ ਕੀ ਵਡਿਆਈ ਵੱਡੀ ਹੈ, ਨਿਤ ਸਵਾਈ ਚੜ੍ਹੈ ਚੜ੍ਹਾਈ। ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ, ਭਾਈ ਜਿਹੜੀ ਨਾਮ ਦੀ ਵਡਿਆਈ ਹੈ ਉਹ ਸਭ ਤੋਂ ਵੱਡੀ ਵਡਿਆਈ ਹੈ। ਨਿਤ ਸਵਾਈ ਚੜ੍ਹੈ ਚੜ੍ਹਾਈ, ਉਹ ਭਾਈ ਦਿਨ ਦੂਣੀ ਰਾਤ ਸਵਾਈ ਹਮੇਸ਼ਾ ਲਈ ਚੜ੍ਹਦੀ ਹੀ ਚੜ੍ਹਦੀ ਕਲਾ ਦੇ ਵਿੱਚ ਜਾਂਦੀ ਹੈ। ਇਹ ਕਿਸੇ ਮਹਾਂਪੁਰਖ ਨੇ ਬੜੀ ਸੁੰਦਰ ਉਦਾਹਰਣ ਦਿੱਤੀ। ਉਹ ਕਹਿੰਦਾ ਜਿਹੜੀ ਤੇ ਮਾਇਆ ਦੀ ਵਡਿਆਈ ਹੈ ਉਹ ਤੇ ਪੂਰਨਮਾਸ਼ੀ ਦੇ ਚੰਦਰਮਾ ਵਾਂਗ ਹੁੰਦੀ ਹੈ, ਤੇ ਜਿਹੜੀ ਭਗਤੀ ਦੀ ਵਡਿਆਈ ਹੈ, ਨਾਮ ਦੀ ਵਡਿਆਈ ਹੈ, ਬੰਦਗੀ ਦੀ ਵਡਿਆਈ ਹੈ, ਉਹ ਈਦ ਦੇ ਦੂਜ ਦੇ ਚੰਦਰਮਾ ਵਰਗੀ ਹੁੰਦੀ ਹੈ।
ਹੁਣ ਕਿਸੇ ਨੇ ਸਵਾਲ ਕੀਤਾ ਵੀ ਈਦ ਦੇ ਚੰਦਰਮਾ ਦੀ ਜਿਹੜੀ ਰੋਸ਼ਨੀ ਬੜੀ ਘੱਟ ਹੁੰਦੀ ਹੈ ਤੇ ਜਿਹੜਾ ਪੂਰਨਮਾਸ਼ੀ ਦਾ ਚੰਦਰਮਾ ਪੂਰੇ ਜੁਬਨ ਦੇ ਵਿੱਚ ਹੁੰਦਾ ਹੈ। ਇਹ ਗੱਲ ਕਿਸ ਤਰ੍ਹਾਂ ਕਹਿ ਦਿੱਤੀ ਗਈ ਹੈ ਵੀ ਮਾਇਆ ਦੀ ਵਡਿਆਈ ਪੂਰਨਮਾਸ਼ੀ ਦੇ ਚੰਦਰਮਾ ਵਾਂਗ ਹੁੰਦੀ ਹੈ ਤੇ ਜਿਹੜੀ ਭਗਤੀ ਦੀ ਨਾਮ ਦੀ ਵਡਿਆਈ ਦੂਜ ਦੇ ਚੰਦਰਮਾ ਵਰਗੀ ਹੁੰਦੀ ਹੈ। ਇਹਦਾ ਉੱਤਰ ਉਸ ਲੇਖਕ ਨੇ ਇਹ ਦਿੱਤਾ ਹੈ। ਉਹ ਕਹਿੰਦਾ ਹੈ ਜਿਹੜਾ ਪੂਰਨਮਾਸ਼ੀ ਦਾ ਚੰਦਰਮਾ ਇੱਕ ਦਿਨ ਹੀ ਪੂਰਾ ਰਹਿੰਦਾ ਹੈ, ਫਿਰ ਉਸ ਤੋਂ ਬਾਅਦ ਉਹਦੀ ਕਲਾ ਘਟਦੀ ਇੱਕ ਦਿਨ ਮੱਸਿਆ ਦੀ ਰਾਤ ਆ ਜਾਂਦੀ ਜਦੋਂ ਦਿਖਾਈ ਵੀ ਨਹੀਂ ਦਿੰਦਾ। ਮਾਇਆ ਦੀ ਵਡਿਆਈ ਇਸੇ ਤਰ੍ਹਾਂ ਹੀ ਹੁੰਦੀ ਹੈ। ਇੱਕ ਵਾਰੀ ਤੇ ਜਦੋਂ ਕੋਈ ਵੱਡੇ ਅਹੁਦੇ ਤੇ ਬਿਰਾਜਮਾਨ ਹੁੰਦਾ ਹੈ ਤੇ ਫਿਰ ਲੋਕਾਂ ਦੀਆਂ ਅੱਖਾਂ ਝੁੰਦੇ ਆ ਜਾਂਦੀਆਂ ਨੇ, ਪੇਪਰਾਂ ਦੇ ਵਿੱਚ ਵੀ ਮੀਡੀਆ ਵਿੱਚ ਵੀ ਬੜੀ ਉਹਦੀ ਚਰਚਾ ਹੁੰਦੀ ਹੈ। ਫਿਰ ਹੌਲੀ ਹੌਲੀ ਉਹ ਵਡਿਆਈ ਘਟਣੀ ਸ਼ੁਰੂ ਹੋ ਜਾਂਦੀ ਹੈ। ਪਰ ਐਸਾ ਸਮਾਂ ਵੀ ਆ ਜਾਂਦਾ ਹੈ ਜਿਵੇਂ ਮੱਸਿਆ ਦੀ ਰਾਤ ਨੂੰ ਚੰਦਰਮਾ ਦਿਖਾਈ ਵੀ ਨਹੀਂ ਦਿੰਦਾ ਤੇ ਫਿਰ ਉਹਨੂੰ ਲੋਕ ਉਹਦਾ ਨਾਂ ਵੀ ਭੁੱਲ ਜਾਂਦੇ ਨੇ। ਇਹੋ ਜਿਹਾ ਸਮਾਂ ਵੀ ਆ ਜਾਂਦਾ ਹੈ। ਤੇ ਜਿਹੜੀ ਨਾਮ ਦੀ ਵਡਿਆਈ ਹੈ ਉਹ ਈਦ ਦੇ ਚੰਦਰਮਾ ਵਰਗੀ ਹੁੰਦੀ ਹੈ, ਦੂਜ ਦੇ ਚੰਦਰਮਾ ਵਰਗੀ ਹੁੰਦੀ ਹੈ। ਭਾਵੇਂ ਦੂਜ ਦਾ ਚੰਦਰਮਾ ਪਹਿਲਾਂ ਆਪਾਂ ਨੂੰ ਛੋਟਾ ਦਿਖਾਈ ਦਿੰਦਾ ਹੈ, ਪਰ ਜਿਵੇਂ ਜਿਵੇਂ ਉਹ ਅੱਗੇ ਸਮਾਂ ਲੰਘਦਾ ਜਾਂਦਾ ਹੈ ਹਰ ਰੋਜ਼ ਉਹਦੀ ਇੱਕ ਕਲਾ ਵਧੀ ਤੁਰੀ ਜਾਂਦੀ ਹੈ। ਤੇ ਫਿਰ ਉਹਦੇ ਪਿੱਛੇ ਇੱਕ ਦਿਨ ਐਸਾ ਵੀ ਹੁੰਦਾ ਹੈ ਜਦੋਂ ਉਹਦਾ ਪ੍ਰਕਾਸ਼ ਪੂਰਨਮਾਸ਼ੀ ਦੇ ਚੰਦਰਮਾ ਵਾਂਗ ਸਾਰੇ ਸੰਸਾਰ 'ਤੇ ਫੈਲ ਜਾਂਦਾ ਹੈ। ਇਸ ਲਈ ਜਿਹੜੀ ਨਾਮ ਦੀ ਵਡਿਆਈ ਹੈ ਉਹ ਸਭ ਤੋਂ ਵੱਡੀ ਵਡਿਆਈ ਹੈ। ਇੱਥੇ ਸਤਿਗੁਰੂ ਕਹਿੰਦੇ ਨੇ ਨਾਵੈ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜਾ ਚੜਾਹੀ। ਜਿਹੜੀ ਨਾਮ ਦੀ ਵਡਿਆਈ ਸਭ ਤੋਂ ਵੱਡੀ ਵਡਿਆਈ ਹੈ। ਇਹ ਹਮੇਸ਼ਾ ਦਿਨ ਦੂਣੀ ਰਾਤ ਸਵਾਈ ਚੜ੍ਹਦੀ ਹੀ ਚੜ੍ਹਦੀ ਕਲਾ ਦੇ ਵਿੱਚ ਜਾਂਦੀ ਹੈ। ਮਹੱਲਾ ਚੌਥਾ। ਜੇ ਹੁੰਦਾ ਗੁਰੂ ਬਹਿ ਟਿਕਿਆ ਤਿਸ ਜਨ ਕੀ ਵਡਿਆਈ ਵੱਡੀ ਹੋਈ। ਲੋ ਹੁਣ ਇਹ ਘਟਨਾ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਬਿਆਨ ਕੀਤੀ ਜਦੋਂ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਤੇ ਉਸ ਵੇਲੇ ਕੁਛ ਗੁਰੂ ਘਰ ਦੇ ਵਿਰੋਧੀ ਸਨ ਤੇ ਉਹਨਾਂ ਨੇ ਗੁਰੂ ਅੰਗਦ ਦੇ ਮਹਾਰਾਜ ਦੇ 2 ਪੁੱਤਰ ਸਨ, ਭਾਈ ਦਾਸੂ ਤੇ ਦਾਤੂ, ਉਹਨਾਂ ਨੂੰ ਚੁੱਕਿਆ ਬਈ ਦੇਖੋ ਤੁਸੀਂ ਗੁਰੂ ਦੇ ਪੁੱਤਰ ਸੀ, ਤੁਸੀਂ ਤਾਂ ਸਦਾ ਤੋਂ ਵਾਂਝੇ ਰਹਿ ਗਏ ਤੇ ਇੱਕ ਸੇਵਕ ਤੁਹਾਡੇ ਘਰ ਦਾ ਇੱਕ ਗੁਲਾਮ ਉਹ ਗੁਰੂ ਬਣ ਜਾਵੇ, ਇਹ ਕਿੱਧਰ ਦਾ ਇਨਸਾਫ ਹੈ। ਕਿਉਂਕਿ ਜਿਹੜੇ ਲੋਕ ਹੈ ਭੜਕਾਉਣ ਵਾਲੇ ਉਹ ਵੀ ਗੱਲ ਸਿਰੇ ਲਾ ਕੇ ਹਟਦੇ ਨੇ ਤੇ ਇਹਨਾਂ ਨੇ ਗੁਰੂ ਮਹਾਰਾਜ ਦੇ ਨਾਲ ਈਰਖਾ ਕਰਨੀ ਸ਼ੁਰੂ ਕਰ ਦਿੱਤੀ। ਪਰ ਹੁਣ ਦੂਜੇ ਪਾਸੇ ਜਿਹੜੀ ਗੁਰਤਾ ਗੱਦੀ ਦੀ ਗੱਲ ਹੈ ਇਹ ਤੇ ਧੁਰਦਰਗਾਹ ਦੀ ਬਖਸ਼ਿਸ਼ ਸੀ। ਇਹ ਕਿਸੇ ਦਾ ਜੱਦੀ ਪੁਸ਼ਤੀ ਮੌਰੂਸੀ ਹੱਕ ਤੇ ਹੈ ਨਹੀਂ ਸੀ, ਕੋਈ ਦਾਅਵਾ ਕਰਕੇ ਲੈ ਸਕੇ। ਇਹ ਹੁਣ ਵੱਡਾ ਭੁਲੇਖਾ ਸੀ। ਤੇ ਫਿਰ ਕੁਛ ਵਿਰੋਧੀਆਂ ਨੇ ਦਾਸੂ ਤੇ ਦਾਤੂ ਨੂੰ ਇਸ ਕੰਮ ਦੇ ਲਈ ਵਰਤਿਆ, ਪਰ ਉਹ ਆਪਣੀ ਕੀਤੀ ਤੋਂ ਹਮੇਸ਼ਾ ਲਈ ਸ਼ਰਮਿੰਦੇ ਹੋਏ। ਇੱਕ ਵਾਰ ਐਸਾ ਵੀ ਹੋਇਆ, ਦੱਸਦੇ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਬੈਠ ਕੇ ਗੁਰਸਿੱਖ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਤੇ ਦੀਵਾਨ ਸਜਿਆ ਹੋਇਆ ਸੀ ਤੇ ਗੁਰੂ ਮਹਾਰਾਜ ਦਾ ਪੁੱਤਰ ਦਾਸੂ ਆਇਆ। ਇਹ ਗੁਰੂ ਅੰਗਦ ਦੇ ਮਹਾਰਾਜ ਦਾ ਵੱਡਾ ਪੁੱਤਰ ਸੀ ਤੇ ਹੁਣ ਇਹਨੂੰ ਵੀ ਜਿਹੜੇ ਗੁਰੂ ਘਰ ਦੇ ਵਿਰੋਧੀ ਸਨ, ਜਿਵੇਂ ਉਹ ਖਡੂਰ ਵਿੱਚ ਤਪਾ ਸੀ ਤੇ ਕੁਝ ਹੋਰ ਉਹਦੇ ਚੇਲੇ ਚਾਟੜੇ ਸਨ ਤੇ ਇੱਧਰ ਗੋਇੰਦਵਾਲ ਸਾਹਿਬ ਦਾ ਤਪਾ ਤੇ ਮਰਵਾਹੇ ਖੱਤਰੀ ਸਨ, ਉਹਨਾਂ ਨੇ ਇਸ ਕੰਮ ਲਈ ਬੜਾ ਜ਼ੋਰ ਲਾਇਆ ਤੇ ਅਖੀਰ ਦਾਸੂ ਨੇ ਆ ਕੇ ਜਿੱਥੇ ਗੁਰੂ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਸਨ ਤੇ ਚੁੱਪ ਕੀਤਿਆਂ ਆ ਕੇ ਨਾ ਮੱਥਾ ਟੇਕਿਆ, ਨਾ ਸਤਿ ਸ੍ਰੀ ਅਕਾਲ, ਨਾ ਕੋਈ ਹੋਰ, ਤੇ ਆ ਕੇ ਗੁਰੂ ਮਹਾਰਾਜ ਦੇ ਸੱਜੇ ਪਾਸੇ ਖਲੋ ਗਿਆ ਤੇ ਕਹਿਣ ਲੱਗਾ ਬਈ ਤੁਸੀਂ ਹੁਣ ਗੁਰੂ ਬਣ ਕੇ ਪੂਜਾ ਕਰਵਾਉਂਦੇ ਹੋ, ਗੁਰਤਾ ਗੱਦੀ ਤਾਂ ਮੇਰਾ ਹੱਕ ਹੈ, ਮੈਂ ਗੁਰੂ ਦਾ ਪੁੱਤਰ ਹਾਂ। ਤੇ ਜਦੋਂ ਇੰਨੀ ਗੱਲ ਆਖੀ ਤਾਂ ਇੱਕਦਮ ਸੰਗਤਾਂ ਵਿੱਚ ਸਨਾਟਾ ਛਾ ਗਿਆ ਵੀ ਕੀ ਹੋ ਰਿਹਾ ਹੈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉੱਠ ਕੇ ਖੜ ਕੇ ਤੇ ਇਹਦਾ ਵੀ ਗੁਰੂ ਦਾ ਪੁੱਤਰ ਜਾਣ ਕੇ ਸਤਿਕਾਰ ਕਰਨਾ ਚਾਹੁੰਦੇ ਸਨ, ਪਰ ਸਰੀਰ ਬਿਰਧ ਸੀ। ਜਦੋਂ ਉੱਠਣ ਲੱਗੇ ਦਾਸੂ ਨੇ ਕ੍ਰੋਧ ਵਿੱਚ ਆ ਕੇ ਗੁਰੂ ਮਹਾਰਾਜ ਦੇ ਲੱਤ ਮਾਰੀ ਤੇ ਗੁਰੂ ਮਹਾਰਾਜ ਦਾ ਬਿਰਧ ਸਰੀਰ ਸੀ ਉੱਥੇ ਹੀ ਡਿੱਗ ਪਿਆ ਤੇ ਭਾਈ ਦਾਸੂ ਬੜੇ ਹੰਕਾਰ ਦੇ ਵਿੱਚ ਬੋਲ ਕਬੋਲ ਬੋਲ ਰਿਹਾ ਸੀ ਤੇ ਗੁਰੂ ਅਮਰਦਾਸ ਮਹਾਰਾਜ ਨੇ ਦਾਸੂ ਦੇ ਚਰਨ ਫੜ ਲਏ,
ਕਹਿਣ ਲੱਗੇ, ਮੈਂ ਤੇ ਇੱਕ ਤੁਹਾਡੇ ਘਰ ਦਾ ਕੂਕਰ ਹਾਂ, ਮੈਂ ਤੇ ਤੁਹਾਡੇ ਗੁਰੂ ਘਰ ਦੇ ਟੁਕੜੇ ਖਾ ਕੇ ਪਲਿਆ ਹਾਂ, ਮੇਰਾ ਤੇ ਸਰੀਰ ਵੀ ਬੜਾ ਸਖਤ ਹੋਇਆ ਹੈ ਹਾਰਡ ਵਰਕ ਕਰਕੇ। ਤੁਸੀਂ ਗੁਰੂ ਦੇ ਸਪੁੱਤਰ ਹੋ, ਤੁਹਾਡੇ ਅੰਗ ਬੜੇ ਕੋਮਲ ਨੇ, ਕਿਧਰੇ ਤੁਹਾਡੇ ਪੈਰ ਨੂੰ ਚੋਟ ਨਾ ਲੱਗੀ ਹੋਵੇ। ਉਹਦੇ ਪੈਰ ਫੜ ਕੇ ਘੁੱਟਣ ਲੱਗ ਪਏ। ਇੰਨੀ ਨਿਮਰਤਾ, ਇੰਨੀ ਹਲੀਮੀ ਕਿਸੇ ਵਿੱਚ ਕਿੱਥੋਂ ਆ ਸਕਦੀ ਹੈ? ਇਹ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਹੀ ਵਡਿਆਈ ਹੈ। ਇਸੇ ਲਈ ਤੇ ਭੱਟਾਂ ਨੇ ਗੁਰੂ ਅਮਰਦਾਸ ਮਹਾਰਾਜ ਦੇ ਬਾਰੇ ਬਚਨ ਕਹੇ ਸਨ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਨਹੀਂ, ਕੌਣ ਇਹੋ ਜਿਹਾ ਬੰਦਾ ਬਈ ਏਡੀ ਵਡਿਆਈ ਹੋਵੇ ਤੇ ਆਪ ਗੁਰਤਾ ਗੱਦੀ ਦਾ ਮਾਲਕ ਹੋਵੇ ਤੇ ਕੋਈ ਆ ਕੇ ਇਸ ਤਰ੍ਹਾਂ ਨਿਰਾਦਰ ਕਰੇ, ਫਿਰ ਉਹਨੂੰ ਬਰਦਾਸ਼ਤ ਕਰਨਾ, ਫਿਰ ਸਗਾਂ ਉਹਦੇ ਚਰਨਾਂ ਦੀ ਮੁੱਠੀ ਚਾਪੀ ਕਰਨੀ, ਉਹਨੂੰ ਸਤਿਕਾਰ ਦੇਣਾ। ਇਹ ਬਹੁਤ ਵੱਡੀ ਗੱਲ ਹੈ। ਇਹ ਤੇ ਸਤਿਗੁਰੂ ਮਹਾਰਾਜ ਦੇ ਹੀ ਵਿਰਸੇ ਦੇ ਵਿੱਚ ਆਈ ਹੈ।